ਸਾਡੇ ਨਾਲ ਇੰਨਾ ਵੱਡਾ ਧੋਖਾ ਨਹੀਂ ਸੀ ਕਰਨਾ ਚਾਹੀਦਾ। ਅਨਪੜ੍ਹ ਹੋਣ ਦੇ ਕਰਕੇ ਜਾਂ ਕਮਜ਼ੋਰ ਹੋਣ ਕਰਕੇ ਸਾਨੂੰ ਦਬਾ ਲਿਆ ਇਹਨਾਂ ਨੇ ਘੱਟੋ ਘੱਟ 20-22 ਸਾਲ ਇਹਨਾਂ ਨੇ ਸਾਡੀ ਧੱਕੇ ਨਾਲ ਜ਼ਮੀਨ ਵਾਹੀ, ਸਾਨੂੰ ਇਸ ਪਿੰਡ ਦੇ ਵਿੱਚ ਹੀ ਇਕੱਲਾ ਸੀਮਤ ਕਰਤਾ। ਲੱਗੇ 20 ਦੇ ਵਿੱਚ ਆ ਕੇ ਇਹਨਾਂ ਨੇ ਕਹਿਣ ਲੱਗੇ ਜੀ ਸਾਨੂੰ ਇਹ ਜ਼ਮੀਨ ਇੰਡਸਟਰੀ ਪਾਰਕ ਲਈ ਚਾਹੀਦੀ। ਕੈਪਟਨ ਸਰਕਾਰ ਨੂੰ ਕਿਹਾ ਵੀ ਸਾਡੀ ਜ਼ਮੀਨ ਜਿਹੜੀ ਆ ਵੀ ਅਸੀਂ ਕਿਤੇ ਸੌਖੀ ਨਹੀਂ ਬਣੀ। ਪੰਚਾਇਤ ਦੀ ਵੀ ਅਸੀਂ ਕੋਈ 30-35 ਸਾਲ ਕੇਸ ਲੜ ਕੇ ਤੇ ਫਿਰ ਅਸੀਂ ਇਹ ਜ਼ਮੀਨ ਪੰਚਾਇਤ ਦੀ ਬਣਾਈ ਆ ਵੀ ਅਸੀਂ ਕਿਵੇਂ ਤੁਹਾਨੂੰ ਇਹ ਦੇ ਦਈਏ। ਮਾਲਕ ਪੰਚਾਇਤ ਆ ਜੀ, ਤੇ ਪੰਚਾਇਤ ਵੀ ਤੇ ਸਾਡੀ ਆ, ਪਰ ਇਹਨਾਂ ਦੇ ਜਿਵੇਂ ਸਰਕਾਰਾਂ ਨੇ ਨਹੀਂ ਗੱਲ ਸੁਣਨੀ ਹੁੰਦੀ, ਇਹਨਾਂ ਨੇ ਪੰਚਾਇਤ ਨੂੰ ਮਤਲਬ ਕਿਸੇ ਢੰਗ ਤਰੀਕੇ ਨਾਲ ਪੰਚਾਇਤ ਵਾਲੇ ਬੰਦੇ ਕੋ ਜਾਂ ਸਰਪੰਚ ਇਕੱਲੇ ਨੂੰ ਲਾ ਲਓ ਤੇ ਪੰਚਾਇਤ ਸਾਡੀ ਕਹਿੰਦੀ ਰਹੀ ਵੀ ਅਸੀਂ ਨਹੀਂ ਦੇਣੀ ਜ਼ਮੀਨ। ਫਿਰ ਪ੍ਰੈਸ਼ਰ ਬਣਾਉਣਾ ਪੰਚਾਇਤ ਦੇ ਉੱਤੇ ਚਾਲੂ ਕਰਤਾ ਵੀ ਤੁਸੀਂ ਜ਼ਮੀਨ ਤਾਂ ਤੁਹਾਨੂੰ ਦੇਣੀ ਪੈਣੀ, ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਆ। ਫਿਰ ਪੰਚਾਂ ਨੂੰ ਡਰਾਇਆ ਕਿਸੇ ਤਰ੍ਹਾਂ ਵੀ ਕੋਈ ਕਿਸੇ ਗੇਟ ਦੇ ਵਿੱਚ ਲਿਆਂਦਾ ਇਹਨਾਂ ਨੇ ਤੇ ਕਹਿਣ ਲੱਗੇ ਜੀ ਤੁਹਾਡੇ ਅਕਾਊਂਟ ਵਿੱਚ ਪੈਸੇ ਵੀ ਆ, ਜਿਹੜੇ ਮਤੇ ਕਾਹਦੇ ਹੁੰਦੇ ਆ, ਕੋਈ ਗੱਲਬਾਤ ਨਹੀਂ ਹੁੰਦੀ ਜੀ। ਇੱਦਾਂ ਕਰਕੇ ਵੀ ਉਹਨੂੰ ਅਣਗੌਲਿਆਂ ਕਰਕੇ ਤੇ ਇਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਤਾਂ ਇੱਦਾਂ ਹੋ ਜੂਗੀ, ਤੁਹਾਡੇ ਤੇ ਪੁਸਤਾਂ ਅੰਦਰ ਬੈਠੀਆਂ ਰਹਿਣਗੀਆਂ, ਤੁਹਾਡੇ ਤੇ ਪਰਚੇ ਹੋ ਜਾਣੇ ਆ, ਤੁਹਾਡੀ ਪੰਚਾਇਤ ਮਤਲਬ ਭੰਗ ਹੋ ਜਾਣੀ ਆ। ਅਸੀਂ ਪੈਸੇ ਵਾਪਸ ਕਰ, ਪਰ ਤੁਹਾਡੇ ਪੈਸੇ ਆਉਂਦੇ ਜਿਉਂਦੇ ਤਿਉਂ ਪਏ ਆ, ਪੈਸੇ ਆਪਣੇ ਵਾਪਸ ਲੈ ਲਓ, ਪਰ ਅਸੀਂ ਜ਼ਮੀਨ ਨਹੀਂ ਦੇਣੀ। ਸਰਕਾਰ ਨੇ 9 ਫਲੱਡ ਏਰੀਆ ਕਹਿੰਦੇ ਇੱਧਰ ਤਾਂ ਹੜ੍ਹ ਹੀ ਨਹੀਂ ਆਉਂਦੇ ਹੈਗੇ, ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਜੀ? ਫਲੱਡ ਤਾਂ ਬਹੁਤ ਆਇਆ ਸਾਡੇ ਇੱਥੇ 78 ਵਿੱਚ ਆਏ ਆ। 78 ਦੇ ਸਾਡੇ ਆਪ ਹੁਣ ਵੀ ਵੈਸੇ ਕੱਚੇ ਜਿਹੇ ਮਕਾਨ ਆ, ਉਦੋਂ ਜਿਹੜੇ ਇੱਟਾਂ ਦੇ ਮਕਾਨ ਨਹੀਂ ਸੀ, ਸਾਡੇ ਮਿੱਟੀ ਦੇ ਮਕਾਨ ਹੁੰਦੇ ਸੀ। 78 ਵਿੱਚ ਵੀ ਸਾਡੇ ਮਕਾਨ ਢਹਿ ਗਏ, ਪਿੰਡਾਂ ਵਿੱਚ ਇੰਨਾ ਪਾਣੀ ਖੜ੍ਹ ਆ ਗਿਆ ਸੀ। ਤਾਂ ਹੁਣ ਅਸੀਂ ਪਿੰਡ ਦੇ ਵਿੱਚ ਪਹੁੰਚ ਚੁੱਕੇ ਹਾਂ, ਸਿੱਖਿਆਲ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ। ਤਾਂ ਆਹ ਜ਼ਮੀਨ ਤੁਸੀਂ ਦੇਖ ਸਕਦੇ ਵੀ ਵਾਹਣਯੋਗ ਜਿਹੜੀ ਜ਼ਮੀਨ ਹੈਗੀ ਆ, ਤਾਂ ਕਿੰਨੀ ਸੋਹਣੀ ਜਿਹੜੀ ਜ਼ਮੀਨ ਇਹ ਹੈਗੀ ਆ। ਅਤੇ ਦੂਸਰੇ ਪਾਸੇ ਇੱਧਰ ਜਿਹੜਾ ਪਿੰਡ ਪੈਂਦਾ, ਪਿੰਡ ਦੇ ਸਰਪੰਚ ਨਾਲ ਆਪਾਂ ਜਿਹੜੀ ਗੱਲਬਾਤ ਕਰਾਂਗੇ, ਪਿੰਡ ਦੇ ਮੋਹਤਬਾਰ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਮਸਲਾ ਜਿਹੜਾ ਉਹ ਕਿੱਥੇ ਕੜਿਆ, ਜਿਹੜਾ ਹਾਈ ਕੋਰਟ ਦੇ ਵਿੱਚ ਕੇਸ ਚੱਲਦਾ ਉਹ ਕੇਸ ਜਿਹੜਾ ਕਿੱਥੇ ਤੱਕ ਗਿਆ ਹੋਇਆ ਆ, ਅਤੇ ਜਿਹੜੀ ਜ਼ਮੀਨ ਦਾ ਮਸਲਾ ਆ ਉਹ ਕਿੱਥੇ ਜਾ ਕੇ ਰੁਲਿਆ ਹੋਇਆ, ਜਾਂ ਫਿਰ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਕਬਜ਼ਾ ਜਿਹੜਾ ਆ ਪਿੰਡ ਵਾਸੀਆਂ ਵੱਲੋਂ ਉਸ ਜ਼ਮੀਨ ਨੂੰ, ਜਿਹੜਾ ਪਿੰਡ ਵਾਸੀਆਂ ਨੂੰ ਉਸ ਜ਼ਮੀਨ ਨੂੰ ਜਿਹੜਾ ਵਾਹਣ ਨਹੀਂ ਦਿੱਤਾ ਜਾ ਰਿਹਾ ਹੈਗਾ। ਤਾਂ ਸਾਰੀ ਗੱਲਬਾਤ ਜਾਣਨ ਲਈ ਅਸੀਂ ਪਿੰਡ ਦੇ ਮੋਹਤਬਾਰ ਨੂੰ ਜਿਹੜਾ ਉਹ ਮਿਲਦੇ ਹਾਂ, ਤਾਂ ਗੱਲਬਾਤ ਸਾਰੀ ਉਹਨਾਂ ਨਾਲ ਕਰਦੇ ਹਾਂ। ਤਾਂ ਸਾਡੇ ਨਾਲ ਪਿੰਡ ਦੇ ਮੋਹਤਬਾਰ ਜੁੜੇ ਹੋਏ ਨੇ, ਜਿਨ੍ਹਾਂ ਨਾਲ ਆਪਾਂ ਜੋ ਮੱਤੇਵਾੜੇ ਦੇ ਜੰਗਲਾਂ ਦੇ ਸੰਦਰਭ ਵਿੱਚ ਸਾਰੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਠੀਕ ਠਾਕ ਹੋ ਜੀ? ਕਿਰਪਾ ਜੀ ਵਾਹਿਗੁਰੂ ਦੀ। ਕੀ ਸਾਰਾ ਮਸਲਾ ਹੈਗਾ ਜੀ ਮੱਤੇਵਾੜੇ ਜੰਗਲ ਦਾ? ਕਾਫੀ ਮੁੱਦਾ ਭਖ ਰਿਹਾ। ਸਰਕਾਰ ਪਹਿਲਾਂ ਕਹਿੰਦੀ ਸੀ ਕਿ ਇਹਦੇ ਨੁਕਸਾਨ ਆ, ਕਾਂਗਰਸ ਦਾ ਵਿਰੋਧ ਕਰਦੀ ਸੀ। ਅੱਜ ਉਹੀ ਸਰਕਾਰ ਜਿਹੜੀ ਆ ਮੱਤੇਵਾੜੇ ਦੇ ਜੰਗਲਾਂ ਨੂੰ ਵਿੱਚ ਇੰਡਸਟਰੀ ਜਿਹੜੀ ਆ ਲਗਾਉਣ ਜਾ ਰਹੀ ਹੈ। ਦੇਖੋ ਜੀ, ਵੈਸੇ ਇਸ ਸਰਕਾਰ ਨੂੰ ਚਾਹੀਦਾ ਨਹੀਂ ਸੀ ਇਹ ਕੰਮ ਕਰਨਾ, ਕਿਉਂ ਇੰਨਾ ਵਿਰੋਧ ਕੀਤਾ ਸੀ ਉਹਨਾਂ ਦੇ ਨਾਲ ਆ। ਹੁਣ ਵੀ ਅਸੀਂ ਪਾਰਟੀ ਮੈਂਬਰ ਹਾਂ, ਅਸੀਂ ਇਹਨਾਂ ਦੇ। ਮੈਂ ਪਿੰਡ ਸਿੱਖੋਵਾਲ ਦਾ ਸੈਕਟਰੀ ਹਾਂ ਆਮ ਆਦਮੀ ਪਾਰਟੀ ਤੋਂ। ਮੇਰਾ ਨਾਮ ਕਸ਼ਮੀਰ ਸਿੰਘ, ਪਿੰਡ ਸਿੱਖੋਵਾਲ। ਅਤੇ ਅਸੀਂ ਬਹੁਤ ਜ਼ੋਰ ਲਾ ਕੇ ਇਹ ਸਰਕਾਰ ਮਤਲਬ ਰਾਤ ਦਿਨ ਮਿਹਨਤ ਕਰਕੇ, ਸਰਦੀਆਂ ਦੇ ਦਿਨ ਸੀ ਸਾਡੇ, ਤੇ ਬਜ਼ੁਰਗ ਤੁਹਾਨੂੰ ਬਾਬੇ ਦਿਖਾਵਾਂਗੇ, ਬਾਬਾ ਬਸੰਤ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ, ਬਿਕਰਮਜੀਤ ਸਿੰਘ ਸਰਕਲ ਪ੍ਰਧਾਨ ਸਾਡੇ ਪਿੰਡ ਤੋਂ, ਅਤੇ ਆਪਣੇ ਸਾਡੇ ਪਿੰਡ ਤੋਂ ਬਖਸ਼ੀਸ਼ ਸਿੰਘ ਜੀ, ਅਤੇ ਹੋਰ ਆਪਣੇ ਐਕਸ਼ਨ ਕਮੇਟੀ ਦੇ ਸਾਡੀ 11 ਮੈਂਬਰੀ ਕਮੇਟੀ ਬਣੀ, ਉਹਦੇ ਮੈਂ ਸੈਕਟਰੀ ਹਾਂ। ਅਤੇ ਉਹਦੇ ਸੰਬੰਧ ਵਿੱਚ ਅਸੀਂ ਇਹ ਆਪਣੀ ਪਾਰਟੀ ਬਣਾ ਕੇ ਜਾਣੀ, ਅਸੀਂ ਜੇ ਹਰਦੀਪ ਸਿੰਘ ਮੁੰਡੀਆਂ ਦੇ ਮਗਰ ਸੀ ਅਤੇ ਆਮ ਪਾਰਟੀ ਦੇ ਮਗਰ, ਅਸੀਂ ਆਪਣੀ ਪਾਰਟੀ ਇਹਨਾਂ ਨੂੰ ਕਹਿੰਦੇ ਵੀ ਸਾਡੀ ਅਜੇ ਵੀ ਆਪਣੀ ਪਾਰਟੀ ਆ ਪਰ ਸਾਡੀ ਪਾਰਟੀ ਨੇ ਸਾਡੇ ਨਾਲ ਇੰਨਾ ਵੱਡਾ ਧੋਖਾ ਨਹੀਂ ਸੀ ਕਰਨਾ ਚਾਹੀਦਾ। ਇਹ ਗੱਲ ਅਸਲ ਵਿੱਚ ਮਸਲਾ ਸਾਰਾ ਹੈਗਾ ਕੀ ਆ? ਸਟਾਰਟਿੰਗ ਕਿੱਥੋਂ ਹੁੰਦੀ ਹੈ? ਤੁਸੀਂ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਹੋ? ਜ਼ਮੀਨ ਜਿਹੜੀ ਆ ਉਹਨੂੰ ਕੌਣ ਵਾਹ ਰਿਹਾ ਹੈਗਾ ਜੀ? ਇਹ ਜ਼ਮੀਨ ਅਸੀਂ ਜੀ 1965 ਵਿੱਚ ਆਏ ਹਾਂ, ਅਤੇ ਆ ਕੇ ਉਦੋਂ ਲਾਲ ਬਹਾਦਰ ਸ਼ਸਤਰੀ ਜੀ ਦੇ ਆਰਡਰ ਹੋਏ ਸੀ। ਅਸੀਂ ਪਹਿਲਾਂ ਤਾਂ ਆਏ ਪਾਕਿਸਤਾਨ 'ਚੋਂ 47 ਵੇਲੇ, ਫਿਰ ਉੱਥੇ ਅੰਮ੍ਰਿਤਸਰ ਆ ਕੇ ਵਸੇ, ਨਾਲ ਪਿੰਡ ਖਾਨਕੋਟ ਸਾਡਾ। ਉਸ ਤੋਂ ਬਾਅਦ ਲਾਲ ਬਹਾਦਰ ਸ਼ਸਤਰੀ ਦਾ ਆਰਡਰ ਆਇਆ ਵੀ 64 ਦੇ ਵਿੱਚ ਵੀ ਤੁਸੀਂ ਜਾ ਕੇ ਜ਼ਮੀਨਾਂ ਅਮਰੀਕਾ ਤੋਂ ਅਸੀਂ ਮੰਗਾਉਂਦੇ ਹਾਂ, ਅਨਾਜ ਮੰਗਾਉਂਦੇ ਹਾਂ,
ਤੇ ਆਪਣੇ ਹਿੰਦੁਸਤਾਨ ਦੇ ਵਿੱਚ ਇੰਨੀਆਂ ਜ਼ਮੀਨਾਂ ਪਈਆਂ ਆ, ਤੇ ਜੇ ਆਪਾਂ ਉਹ ਜ਼ਮੀਨਾਂ ਤੇ ਮਿਹਨਤ ਕਰਕੇ ਆਪਾਂ ਅਨਾਜ ਨਹੀਂ ਉਗਾ ਸਕਦੇ। ਤੇ ਇਸ ਹਰੀ ਕ੍ਰਾਂਤੀ ਦਾ ਦੌਰ ਆਇਆ ਤੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ, ਤੇ ਅਸੀਂ ਉਹਨਾਂ ਦਾ ਆਰਡਰ ਮੰਨ ਕੇ ਇਸ ਜ਼ਮੀਨ ਦੇ ਵਿੱਚ ਆਏ। ਤੇ ਇਹ ਆਰਡਰ ਸੀਗਾ ਇਹਨਾਂ ਦਾ ਵੀ ਜਿੱਥੇ ਕੋਈ ਜ਼ਮੀਨ ਕਿਸੇ ਨੂੰ ਮਿਲਦੀ ਆ, ਆਬਾਦ ਕਰੇ, ਨਾਲੇ ਖਾਵੇ ਤੇ ਨਾਲੇ ਦੇਸ਼ ਨੂੰ ਖਵਾਵੇ, ਤੇ ਉਸ ਤੋਂ ਬਾਅਦ ਜ਼ਮੀਨਾਂ ਇਹ ਲਾਟ ਕੀਤੀਆਂ ਜਾਣਗੀਆਂ ਤੁਹਾਨੂੰ। ਅਸੀਂ ਇਸ ਦੌਰ ਦੇ ਵਿੱਚ ਆਏ ਸੀ। ਇੱਥੇ ਆ ਕੇ ਅਸੀਂ ਪਿੰਡ ਦੇ ਵਿੱਚ ਜ਼ਮੀਨ ਆਬਾਦ ਕੀਤੀ। ਇੱਥੇ ਝਾੜ ਬੂਟ ਹੁੰਦਾ ਸੀ, ਲੰਬੇ ਕਈ ਕਾਨੇ ਤੇ ਝਾੜੀਆਂ ਤੇ ਵਹਿਣ ਸੀ। ਦਰਿਆ ਦਾ ਏਰੀਆ ਆ, ਬਿਲਕੁਲ ਦਰਿਆ ਦੇ ਨਾਲ ਆ। ਦਰਿਆ ਇੱਥੇ ਚੱਲਿਆ ਸੀ, ਪਾਣੀ ਚੱਲੇ ਸੀ, ਤੇ ਅਸੀਂ ਪੱਧਰੀ ਕਰਕੇ ਤੇ ਅਸੀਂ ਸਾਡੇ ਬਜ਼ੁਰਗਾਂ ਨੇ ਇਹ ਜ਼ਮੀਨ ਵਾਹੀਯੋਗ ਬਣਾਈ। ਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਅਸੀਂ 5-6 ਸਾਲ ਜ਼ਮੀਨ ਖਾਧੀ, ਮਤਲਬ ਆਬਾਦ ਹੀ ਕਰ ਰਹੇ ਸੀ। ਅਜੇ 5-6 ਸਾਲਾਂ ਦੇ ਵਿੱਚ ਇੰਨੀ ਖਰਾਬ ਜ਼ਮੀਨ, ਤੇ ਥੋੜ੍ਹੀ ਜਿੰਨੀ ਕੁ ਹੋਣੀ ਆਬਾਦ ਤਾਂ ਆਪਣੇ ਚਲੋ ਖਾਣ ਪੀਣ ਜੋਗਾ ਤਾਂ ਕਰ ਲਿਆ ਅਸੀਂ। ਆਬਾਦ ਕੀਤੀ ਤਾਂ ਅਜੇ ਸਿਰਫ ਆਪਣੀ ਆਬਾਦ ਹੀ ਕੀਤੀ ਸੀ। ਤੇ 1970 ਦੇ ਵਿੱਚ ਇੱਥੇ ਆਲੂ ਬੀਜ ਫਾਰਮ ਇੱਕ ਆ ਗਿਆ, ਪੋਟੈਟੋ ਸੀਡ ਫਾਰਮ। ਉਹ ਨਾਭੇ ਤੋਂ ਬਦਲ ਕੇ ਆਇਆ ਸੀ, ਤੇ ਉਹ ਉਹਨਾਂ ਦੇ ਉੱਥੇ 90 ਕਿੱਲੇ ਸੀ, ਇੱਥੇ ਆ ਕੇ ਉਹਨਾਂ ਨੇ 285 ਕਿੱਲੇ ਪਾਏ ਸੀ ਇਹਨਾਂ ਨੇ। ਤੇ ਇਹ ਆਬਾਦ ਜ਼ਮੀਨ ਦੇਖ ਕੇ ਉਹ ਆਇਆ ਸੀ ਹੈਦਰਨਗਰ ਪਿੰਡ ਦੇ ਵਿੱਚ, ਜਿਹੜਾ ਟਰਾਂਸਫਰ ਹੋ ਕੇ ਆਇਆ ਸੀ ਉੱਥੋਂ ਹੈਦਰਨਗਰ ਪਿੰਡ ਵਿੱਚ ਆਇਆ ਸੀ। ਸੇਖੋਵਾਲ ਦੀ ਜ਼ਮੀਨ ਆਬਾਦ ਸੀ। ਆਬਾਦ ਦੇਖ ਕੇ ਕਹਿਣ ਲੱਗੇ ਇਹੀ ਜ਼ਮੀਨ ਆ ਜੀ, ਇਹੀ ਜ਼ਮੀਨ ਆ ਜੀ, ਇਹੀ ਜ਼ਮੀਨ ਆ। ਨਾ ਤੇ ਕਾਗਜ਼ੀ ਪੱਤਰੀ ਅਸੀਂ ਦੇਖਿਆ, ਤੇ ਜੇ ਉਹਨਾਂ ਨੂੰ ਕਾਗਜ਼ਾਂ ਪੱਤਰਾਂ ਦਾ, ਉੱਥੇ ਤੇ ਪੜ੍ਹੇ ਲਿਖੇ ਬੰਦੇ ਸੀ, ਉਹਨਾਂ ਤੇ ਕਾਗਜ਼ਾਂ ਪੱਤਰਾਂ ਦਾ ਪਤਾ ਸੀ ਵੀ ਇਹ ਪਿੰਡ ਸੇਖੋਵਾਲ ਦੀ ਜ਼ਮੀਨ ਆ, ਸਾਡਾ ਤੇ ਟਰਾਂਸਫਰ ਜਿਹੜੀ ਹੈਗੀ ਹੈਦਰਨਗਰ ਦੀ ਆ। ਪਰ ਸਾਨੂੰ ਅਨਪੜ੍ਹ ਹੋਣ ਦੇ ਕਰਕੇ ਜਾਂ ਕਮਜ਼ੋਰ ਹੋਣ ਕਰਕੇ ਸਾਨੂੰ ਦਬਾ ਲਿਆ ਇਹਨਾਂ ਨੇ ਘੱਟੋ ਘੱਟ 20-22 ਸਾਲ ਇਹਨਾਂ ਨੇ ਸਾਡੀ ਧੱਕੇ ਨਾਲ ਜ਼ਮੀਨ ਵਾਹੀ। ਸਾਨੂੰ ਇਸ ਪਿੰਡ ਦੇ ਵਿੱਚ ਹੀ ਇਕੱਲਾ ਸੀਮਤ ਕਰਤਾ। 10-11 ਦੇ ਏਕੜ ਦੇ ਵਿੱਚ ਹੀ ਸਾਡਾ ਪਿੰਡ ਆ ਇਹ, ਤੇ ਇਹਦੇ ਵਿੱਚ ਹੀ ਰਹਿ ਗਿਆ। ਜ਼ਮੀਨ ਸਾਰੀ ਉਹਨਾਂ ਨੇ ਵਾਲੀ, ਉਹ ਵਾਹੁੰਦੇ ਰਹੇ। ਫਿਰ 1986 ਦੇ ਵਿੱਚ ਜ਼ਮੀਨ ਇਹ ਪੰਚਾਇਤ ਦੇ ਨਾਂ ਚੜ੍ਹੀ, ਪਿੰਡ ਇੰਤਕਾਲ ਪੰਚਾਇਤ ਦੇ ਨਾਂ ਚੜ੍ਹਿਆ। ਤੇ ਉਹ ਫਿਰ ਅਸੀਂ 88 ਵਿੱਚ ਕੇਸ ਲਾਇਆ। ਕੇਸ DDPO ਸਾਹਿਬ ਦੇ ਲਾਇਆ। DDPO ਸਾਹਿਬ ਤੋਂ ਕੇਸ ਪੰਚਾਇਤ ਦੇ ਹੱਕ 'ਚ ਹੋ ਗਿਆ, ਤੇ ਇਹਨਾਂ ਨੇ ਅਪੀਲ ਕਰਤੀ। ਫਿਰ ਡਾਇਰੈਕਟਰ ਦੇ ਵੀ ਪੰਚਾਇਤ ਦੇ ਹੱਕ ਹਾਈ ਕੋਰਟ 'ਚ ਕਰਤੀ। ਹਾਈ ਕੋਰਟ ਦੇ ਵਿੱਚ ਵੀ ਪੰਚਾਇਤ ਦੇ ਹੱਕ 'ਚ ਹੋਇਆ। ਫਿਰ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਤੋਂ ਵੀ ਪੰਚਾਇਤ ਦੇ ਹੱਕ 'ਚ ਹੋ ਗਿਆ। ਤੇ ਇੱਕ ਲਾਈਨ ਲਿਖਤੀ ਵਿੱਚ ਵੀ ਇਹ ਕਹਿੰਦੇ ਸੀ ਸਾਡੀ ਇਹ ਮਾਲਕੀ ਆ, ਵੀ ਅਸੀਂ ਨਹੀਂ ਦਰਵਾਉਣਾ, ਸਾਡੀ ਮਾਲਕੀ ਆ। ਤੇ ਕਹਿੰਦੇ ਵੀ ਜੇ ਮਾਲਕੀ ਆ ਤੁਹਾਡੀ, ਤੇ ਤੁਸੀਂ ਫਿਰ ਪੰਜਾਬ ਸਰਕਾਰ ਵਿੱਚ ਦਿਖਾ ਲਓ। ਪੰਜਾਬ ਸਰਕਾਰ ADC ਦੇ ਕੇਸ ਵਿੱਚ ਇਹਨਾਂ ਨੇ ਲਾਤਾ। ADC ਤੋਂ ਬਾਅਦ ਫਿਰ ਡਾਇਰੈਕਟਰ ਦੇ ਗਿਆ। ਡਾਇਰੈਕਟਰ ਤੋਂ ਫਿਰ 2014 ਵਿੱਚ ਸਾਨੂੰ ਇਹ ਜ਼ਮੀਨ ਪੰਚਾਇਤ ਦੇ ਫਿਰ ਹੱਕ 'ਚ ਹੋਈ, ਤੇ ਅਸੀਂ ਇਹਨੂੰ 2014 ਵਿੱਚ ਵਾਹੁਣ ਬੀਜਣ ਲੱਗ ਗਏ ਦੁਬਾਰੇ। ਫਿਰ ਜ਼ਮੀਨ ਨਹੀਂ 92 ਤੋਂ ਲੱਗ ਕੇ ਇਹ ਇੱਦਾਂ ਸਟੇ ਪਈ ਰਹੀ ਸੀ ਜ਼ਮੀਨ। ਹਾਂ, ਤੇ ਫਿਰ ਇਹਦੇ ਵਿੱਚ ਝਾੜ ਬੂਟ ਹੋ ਗਿਆ। ਤੇ ਚਲੋ ਪੱਧਰੀ ਤਾਂ ਤਕਰੀਬਨ ਹੈ ਹੀ ਸੀ ਚਲਦੀ ਜ਼ਮੀਨ। ਤੇ ਫਿਰ ਹੁਣ ਬੇਟ ਏਰੀਆ ਆ, ਤੁਹਾਨੂੰ ਪਤਾ ਵੀ ਕੁਛ ਨਾ ਕੁਛ ਤੇ ਇੱਥੇ ਕੋਈ ਝਾੜੀਆਂ ਬੂਟੀਆਂ ਤਾਂ ਹੁੰਦੀਆਂ ਰਹਿੰਦੀਆਂ, ਮਲੇ ਛਲੇ ਹੋ ਗਏ ਵਿੱਚ ਕਿਸ ਤਰ੍ਹਾਂ ਦੀਆਂ ਵੀ। ਤੇ ਫਿਰ ਅਸੀਂ ਆਬਾਦ ਕੀਤੀ, ਤੇ ਫਿਰ ਅਸੀਂ 2014 ਤੋਂ ਦੁਬਾਰੇ ਵਾਹੁਣ ਲੱਗੇ। 2014 ਤੋਂ ਬਾਅਦ ਅਸੀਂ ਚਕੋਤੇ 'ਤੇ ਜ਼ਮੀਨ ਪੰਚਾਇਤ ਤੋਂ ਵਾਹੁਣ ਲੱਗੇ। 20 ਦੇ ਵਿੱਚ ਆ ਕੇ ਇਹਨਾਂ ਨੇ ਕਹਿਣ ਲੱਗੇ ਜੀ ਸਾਨੂੰ ਇਹ ਜ਼ਮੀਨ ਇੰਡਸਟਰੀ ਪਾਰਕ ਲਈ ਚਾਹੀਦੀ, ਕੈਪਟਨ ਸਰਕਾਰ ਨੇ ਕਹਿਤਾ ਜੀ। ਅਸੀਂ ਉਹਦਾ ਵੀ ਕਿਹਾ ਵੀ ਅਸੀਂ ਤਾਂ ਬਹੁਤ ਔਖੀ ਬਣਾਈ ਆ ਜ਼ਮੀਨ, ਵੀ ਸਾਡੀ ਜ਼ਮੀਨ ਜਿਹੜੀ ਆ ਵੀ ਅਸੀਂ ਕਿਤੇ ਸੌਖੀ ਨਹੀਂ ਬਣੀ। ਪੰਚਾਇਤ ਦੀ ਵੀ ਅਸੀਂ ਕੋਈ 30-35 ਸਾਲ ਕੇਸ ਲੜ ਕੇ ਤੇ ਫਿਰ ਅਸੀਂ ਇਹ ਜ਼ਮੀਨ ਪੰਚਾਇਤ ਦੀ ਬਣਾਈ ਆ, ਵੀ ਅਸੀਂ ਕਿਵੇਂ ਤੁਹਾਨੂੰ ਇਹ ਦੇ ਦਈਏ। ਮਾਲਕ ਪੰਚਾਇਤ ਆ ਜੀ, ਤੇ ਇਹ ਪੰਚਾਇਤ ਵੀ ਤੇ ਸਾਡੀ ਆ। ਪਰ ਇਹਨਾਂ ਦੇ ਜਿਵੇਂ ਸਰਕਾਰਾਂ ਨੇ ਨਹੀਂ ਗੱਲ ਸੁਣਨੀ ਹੁੰਦੀ, ਇਹਨਾਂ ਨੇ ਪੰਚਾਇਤ ਨੂੰ ਮਤਲਬ ਕਿਸੇ ਢੰਗ ਤਰੀਕੇ ਨਾਲ ਪੰਚਾਇਤ ਵਾਲੇ ਬੰਦੇ ਕੋਈ ਜਾਂ ਸਰਪੰਚ ਇਕੱਲੇ ਨੂੰ ਲਾ ਲਓ, ਤੇ ਇਹਨਾਂ ਨੇ ਦਬਾ ਲਿਆ, ਜਾਣੀ ਕਿਸੇ ਗੇੜ ਦੇ ਵਿੱਚ ਲੈ ਲਿਆ ਇਹਨਾਂ ਨੇ। ਤੇ ਉਹ ਗੇੜ ਵੀ ਇਹ ਲਿਆ ਪਹਿਲੋਂ। ਤੇ ਇੱਥੋਂ ਆਏ ਸੀ ਸਾਡੇ ਡਾਇਰੈਕਟਰ ਸਾਹਿਬ ਚੰਡੀਗੜ੍ਹ ਤੋਂ, ਇੱਕ ਲੇਡੀਜ਼ ਹੁੰਦੇ ਸੀ। ਸਾਨੂੰ ਪੰਚਾਇਤ ਨੂੰ ਬੁਲਾਇਆ ਉੱਥੇ ਮੱਤੇ ਵੜੇ ਬੁਲਾ ਕੇ, ਤੇ ਕਹਿੰਦੇ ਵੀ ਜੇ ਤੁਹਾਡਾ ਦਿਲ ਕਰਦਾ ਤੇ ਜ਼ਮੀਨ ਦਿਓ, ਨਹੀਂ ਤੇ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਲੈ ਸਕਦੇ। ਥੋੜ੍ਹੀ ਦੇਰ ਮਤਲਬ ਰੁਕੇ, ਵਿੱਚ 5-4 ਮਹੀਨੇ ਪਾ ਕੇ ਫਿਰ ਇਕੱਲੇ
ਪੰਚਾਇਤ ਨੂੰ ਮਤਲਬ ਇਹ ਕੋਸਣ ਲੱਗ ਗਏ ਵੀ ਨਹੀਂ ਜੀ ਇਹ ਜ਼ਮੀਨ ਦਾ ਤੇ ਸਰਕਾਰ ਨੇ ਲੈਣੀ ਆ ਜੀ ਜ਼ਮੀਨ। ਚਲੋ ਸਰਪੰਚ ਉਹਨੂੰ ਕਹਿੰਦੇ ਵੀ ਫਿਰ ਕਹਿੰਦੇ ਪੰਚਾਇਤ ਸਾਡੀ ਕਹਿੰਦੀ ਰਹੀ ਵੀ ਅਸੀਂ ਨਹੀਂ ਦੇਣੀ ਜ਼ਮੀਨ, ਤੇ ਕਹਿੰਦੇ ਵੀ ਚਲੋ ਆਪਾਂ ਨਾ ਇਦਾਂ ਕਰੇ ਸਾਡੇ ਤੇ ਪ੍ਰੈਸ਼ਰ ਆ ਇਹ BDPO DDPO ਵੀ ਤੁਸੀਂ ਨਾ ਇੱਕ ਮਤਾ ਪਾ ਦਿਓ ਸਾਡੇ ਵੀ ਅਸੀਂ ਸਰਕਾਰ ਨਾਲ ਐਵੇਂ ਸਿਰਫ ਦਿਖਾਉਣਾ ਹੀ ਆ ਕਿ ਸਰਕਾਰ ਨਾਲ ਸਹਿਮਤੀ ਜਤਾਉਣੀ ਆ ਅਸੀਂ ਤੇ ਐਂ ਜ਼ਮੀਨ ਤੁਹਾਡੀ ਨਹੀਂ ਲੈਣੀ। ਇਹਨਾਂ ਨੇ ਮਤਾ ਪਾਇਆ ਤੇ ਉਸ ਤੋਂ ਛੇਤੀ ਥੋੜ੍ਹੇ ਦਿਨਾਂ ਬਾਅਦ ਹੀ ਇਹਨਾਂ ਨੇ ਪੰਚਾਇਤ ਦੇ ਅਕਾਊਂਟ ਵਿੱਚ ਪੈਸੇ ਪਾਤੇ। ਮਤੇ ਬਾਅਦ ਪੰਚਾਇਤ ਦੇ ਅਕਾਊਂਟ 'ਚ ਕਿੰਨੇ ਪੈਸੇ ਪਾਏ ਜੀ? 77 ਕਰੋੜ ਦੇ ਕਰੀਬ। ਮਤਲਬ ਉਹ ਜਿਹੜੀ ਜ਼ਮੀਨ ਤੁਹਾਡੀ 400 ਏਕੜ ਤੋਂ ਵੱਧ ਦੀ ਸਾਰੀ ਜ਼ਮੀਨ ਦੇ ਪੈਸੇ ਪਾਤੇ? ਹਾਂਜੀ ਹਾਂਜੀ 416 ਏਕੜ ਦੇ ਉਸ ਹਿਸਾਬ ਨਾਲ 18.5 ਦਾ ਹਿਸਾਬ ਕਿਤਾਬ ਲਾ ਕੇ ਕੋਈ ਕਿਸੇ ਨੇ ਰੇਟ ਜੇ ਵਿੱਚ ਨਹੀਂ ਚਾਹੁੰਦਾ ਹੋਵੇ ਤਾਂ ਰੇਟ ਕਰੇ ਕੋਈ ਰੇਟ ਤਾਂ ਕਿਸੇ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਆਪਣੇ ਚਲੋ 18.5 ਦੇ ਹਿਸਾਬ ਨਾਲ ਬਣਾਇਆ ਰੇਟ ਤੇ ਇਹਨਾਂ 77 ਕਰੋੜ ਦੇ ਲਗਭਗ ਪੈਸੇ ਪਾਤੇ ਇਹਨਾਂ ਨੇ। ਫਿਰ ਪ੍ਰੈਸ਼ਰ ਬਣਾਉਣਾ ਪੰਚਾਇਤ ਦੇ ਉੱਤੇ ਚਾਲੂ ਕਰਤਾ ਵੀ ਤੁਸੀਂ ਜ਼ਮੀਨ ਤਾਂ ਤੁਹਾਨੂੰ ਦੇਣੀ ਪੈਣੀ ਤੁਹਾਡੇ ਅਕਾਊਂਟ 'ਚ ਪੈਸੇ ਆ ਗਏ ਆ ਤੇ ਫਿਰ ਅਸੀਂ ਇਹ 23/5 ਵਾਲੇ ਮਤੇ ਦੇ ਉੱਤੇ ਇਹ ਕਹਿਣ ਲੱਗ ਗਏ ਇਹਨੇ ਪਵਾ ਕੇ ਮਤਾ ਤੇ ਪੈਸੇ ਪਾਤੇ। ਫਿਰ ਅਸੀਂ ਇੱਕ ਗ੍ਰਾਮ ਸਭਾ ਪਿੰਡ ਨੇ ਪੰਚਾਇਤ ਨੇ ਤੇ ਸਾਰਿਆਂ ਨੇ ਰਲ ਕੇ ਇੱਕ ਗ੍ਰਾਮ ਸਭਾ ਸੱਦੀ। ਅਸੀਂ ਗ੍ਰਾਮ ਸਭਾ ਦੇ ਵਿੱਚ ਆ ਕੇ ਬੀਬੀ ਮਾਣੂਕੇ ਜੀ ਆਏ ਸੀ, ਸਰਬਜੀਤ ਮਾਣੂਕੇ ਜੀ, ਗਿਆਨ ਸਿੰਘ ਮੌਂਗੋ ਆਏ ਸੀ, ਚੰਗੇ ਬੁੱਧੀਜੀਵ ਬੰਦੇ ਤਕਰੀਬਨ ਕਾਫੀ ਆਏ ਸੀ। ਉਹਨਾਂ ਨੇ ਆ ਕੇ ਸਾਡੇ ਕੋਲੋਂ ਮਤਾ ਪਵਾਇਆ ਵੀ ਅਸੀਂ ਤੁਸੀਂ ਜੇ ਨਹੀਂ ਜ਼ਮੀਨ ਦੇਣੀ ਚਾਹੁੰਦੇ ਤੇ ਤੁਸੀਂ ਗ੍ਰਾਮ ਸਭਾ ਦਾ ਮਤਾ ਪਾ ਲਓ। ਅਸੀਂ ਗ੍ਰਾਮ ਸਭਾ ਦਾ ਮਤਾ ਪਾਤਾ 21/7 ਨੂੰ। ਅਸੀਂ ਉਹ ਮਤਾ ਜਿਹੜਾ ਪਹਿਲਾ 23/7 ਵਾਲਾ 23/5 ਵਾਲਾ ਸੀ ਉਹ ਅਸੀਂ ਰੱਦ ਕਰਤਾ। ਤੇ ਫਿਰ ਇਹਨਾਂ ਨੇ ਪਤਾ ਨਹੀਂ ਪੰਚਾਇਤ ਮਹਿਕਮੇ ਨੇ ਕੀ ਇਹਨਾਂ ਨੂੰ ਸਰਪੰਚਾਂ ਨੂੰ ਫਿਰ ਪੰਚਾਂ ਨੂੰ ਡਰਾਇਆ ਕਿਸੇ ਤਰ੍ਹਾਂ ਵੀ ਕੋਈ ਕਿਸੇ ਗੇਟ ਦੇ ਵਿੱਚ ਲਿਆਂਦਾ ਇਹਨਾਂ ਨੇ ਤੇ ਕਹਿਣ ਲੱਗੇ ਜੀ ਤੁਹਾਡੇ ਅਕਾਊਂਟ ਵਿੱਚ ਪੈਸੇ ਵੀ ਆ ਜਿਹੜੇ ਮਤੇ ਕਾਹਦੇ ਹੁੰਦੇ ਆ ਕੋਈ ਗੱਲਬਾਤ ਨਹੀਂ ਹੁੰਦੀ ਜੀ ਇੱਦਾਂ ਕਰਕੇ ਵੀ ਉਹਨੂੰ ਅਣਗੌਲਿਆਂ ਕਰਕੇ ਤੇ ਇਹਨਾਂ ਨੂੰ ਕਹਿੰਦੇ ਜੀ ਤੁਹਾਨੂੰ ਤਾਂ ਇੱਦਾਂ ਹੋ ਜੂਗੀ ਤੁਹਾਡਾ ਤੇ ਪੁਸਤਾਂ ਅੰਦਰ ਬੈਠੀਆਂ ਰਹਿਣਗੀਆਂ ਤੁਹਾਡੇ ਤੇ ਪਰਚੇ ਹੋ ਜਾਣੇ ਆ ਤੁਹਾਡੀ ਪੰਚਾਇਤ ਮਤਲਬ ਭੰਗ ਹੋ ਜਾਣੀ ਆ ਇੱਦਾਂ ਕਰਕੇ ਇਹਨਾਂ ਨੂੰ ਜਾਣੀ ਪ੍ਰੈਸ਼ਰ ਵਿੱਚ ਲੈਂਦਾ ਜਾਣੀ ਸਰਪੰਚ ਤੇ ਸਾਡੇ ਕਹਿੰਦੇ ਆ ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਲੱਗਦਾ ਮੈਂ ਕਰਾਂ ਤੇ ਕੀ ਕਰਾਂ। ਇਹਨਾਂ ਨੇ ਰਾਤ ਨੂੰ ਲਿਜਾ ਕੇ ਸਰਪੰਚ ਨੂੰ ਲਿਜਾ ਕੇ ਤੇ ਅਸੀਂ ਆਖਿਆ ਵੀ ਤੁਸੀਂ ਰਜਿਸਟਰੀ ਨਹੀਂ ਸੀ ਕਰਨੀ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਮੈਂਟਲ ਮਤਲਬ ਅਪਸੈਟ ਕਰਤਾ ਮੈਨੂੰ ਦਿਮਾਗੀ ਤੌਰ ਤੇ ਮੈਨੂੰ। ਸਰਪੰਚ ਦਾ ਕਹਿਣਾ ਕਿ ਪ੍ਰੈਸ਼ਰ ਪਾਤਾ ਜ਼ਿਆਦਾ ਹੈ। ਹਾਂਜੀ ਤੇ ਇਹਨਾਂ ਨੇ ਰਜਿਸਟਰੀ ਤੇ ਸਾਈਨ ਕਰਤੇ ਰਾਤ ਨੂੰ ਜਾ ਕੇ ਇਹਦੇ ਕੋਲੋਂ ਕਰਵਾਏ ਗਏ ਜੀ ਧੱਕੇ ਨਾਲ ਕਰਵਾਏ ਗਏ। 416 ਏਕੜ ਜ਼ਮੀਨ ਸਾਰੀ ਉਹਦੇ ਰਜਿਸਟਰੀ ਸਰਕਾਰ ਦੀ? ਹਾਂਜੀ ਇਹਨਾਂ ਨੇ ਰਜਿਸਟਰੀ ਕਰਵਾ ਲਈ। ਰਜਿਸਟਰੀ ਤੋਂ ਬਾਅਦ ਫਿਰ ਅਸੀਂ ਕੇਸ ਇਹਨਾਂ ਦੇ ਲਾਇਆ ਵੀ ਇਹ ਜਿਹੜੀ ਰਜਿਸਟਰੀ ਤੁਹਾਡਾ ਕਰਾਉਣ ਦਾ ਕੋਈ ਨਾ ਤਾਂ ਤਰੀਕਾ ਜਦੋਂ ਅਸੀਂ ਮੰਨਦੇ ਨਹੀਂ ਜ਼ਮੀਨ ਦੇਣ ਵਾਲੇ ਲੋਕ ਮੰਨਦੇ ਤੇ ਹੋ ਗਿਆ ਇਹ ਪੰਚਾਇਤ ਸਰਪੰਚ ਦੀ ਜ਼ਮੀਨ ਆ ਸਰਪੰਚ ਦੀ ਜ਼ਮੀਨ ਕਿਵੇਂ ਇਕੱਲੇ ਦੀ ਹੋ ਜਾਂਦੀ ਹੈ ਜੀ? ਇਹ ਸਾਰੇ ਪਿੰਡ ਦੀ ਜ਼ਮੀਨ ਹੁੰਦੀ ਜਦੋਂ ਪਿੰਡ ਦੀ ਸਹਿਮਤੀ ਹੈ ਨਹੀਂ। ਅਸੀਂ 90% ਲੋਕਾਂ ਨੇ ਅਸੀਂ ਮਤਾ ਪਾ ਕੇ ਦਿੱਤਾ ਵੀ ਅਸੀਂ ਜ਼ਮੀਨ ਨਹੀਂ ਦੇਣੀ ਤੇ ਇਕੱਲਾ ਸਰਪੰਚ ਕਿਵੇਂ ਸਾਈਨ ਕਰਕੇ ਜ਼ਮੀਨ ਦੇ ਦੂਗਾ ਜੀ? ਤੇ ਇਹਨਾਂ ਦੀ ਸਰਪੰਚ ਦੀ ਹੁੰਦੀ ਹੈ ਜੀ ਜ਼ਮੀਨ ਸਰਪੰਚ ਨੇ ਦੇਤੀ ਹੁਣ ਜੇ ਦੇਖਿਆ ਹੁਣ ਇਸ ਟਾਈਮ ਸਥਿਤੀ ਕੀ ਹੈ ਜੀ? ਇਸ ਟਾਈਮ ਸਥਿਤੀ ਇਹ ਸੀ ਵੀ ਅਸੀਂ ਸਾਡੇ ਨਾਲ ਉਦੋਂ ਕਾਫੀ ਸਾਡੇ ਨਾਲ ਆਮ ਪਾਰਟੀ ਜੁੜ ਗਈ ਸੀ। ਅਸੀਂ ਆਮ ਪਾਰਟੀ ਨਾਲ ਜੁੜ ਗਏ ਆਮ ਪਾਰਟੀ ਸਾਡੇ ਨਾਲ ਜੁੜ ਗਈ ਤੇ ਅਸੀਂ ਮਤਲਬ ਸਾਡਾ ਵਾਹਵਾ ਹੋ ਗਈ ਸਾਡੇ ਐਪੋਜੀਸ਼ਨ ਵਿੱਚ ਸੀ ਇਹ ਸਾਡੀ ਪਕੜ ਹੋ ਗਈ ਵੀ ਠੀਕ ਆ ਜੀ ਅਸੀਂ ਕਿਸੇ ਧਿਰ ਨਾਲ ਖੜ ਗਏ ਹਾਂ। ਤੇ ਫਿਰ ਅਸੀਂ ਇਹ ਆਮ ਪਾਰਟੀ ਦੀ ਸਰਕਾਰ ਬਣੀ ਤੇ ਸਾਨੂੰ ਬਹੁਤ ਆਸਾਂ ਸੀ ਵੀ ਇਹ ਜ਼ਮੀਨ ਸਾਡੀ ਹੁਣ ਇਹ ਜਿਹੜੀ ਰਜਿਸਟਰੀ ਇਹਨਾਂ ਦੇ ਸਾਡੀ ਪੰਚਾਇਤ ਹੁਣ ਵੀ ਰਾਜੀ ਹੈ ਇਸ ਗੱਲ ਨੂੰ ਵੀ ਅਸੀਂ ਪੈਸੇ ਤੁਹਾਡੇ ਵਾਪਸ ਕਰਦੇ ਜੇ ਤੁਸੀਂ ਪਾਏ ਸੀ ਅਸੀਂ ਪੈਸੇ ਵਾਪਸ ਕਰ ਪਰ ਤੁਹਾਡੇ ਪੈਸੇ ਆਉਂਦੇ ਜਿਉਂਦੇ ਤਿਉਂ ਪਏ ਆ ਪੈਸੇ ਆਪਣੇ ਵਾਪਸ ਲੈ ਲਓ ਪਰ ਅਸੀਂ ਜ਼ਮੀਨ ਨਹੀਂ ਦੇਣੀ। ਤੇ ਇਸ ਗੱਲ ਨੂੰ ਕਈ ਵਾਰੀ ਤੇ ਇਹਨਾਂ ਦੇ ਆਉਂਦੇ ਆ ਇੱਕ ਵਾਰੀ ਤੇ ਥਾਣੇ ਜਾ ਕੇ ਇਹਨਾਂ ਦੇ ਪਰਮਿੰਦਰ ਸਿੰਘ SDO ਉਹ ਕਹਿੰਦਾ ਅਸੀਂ ਤਾਂ ਜ਼ਮੀਨ ਲੈਣੀ ਨਹੀਂ ਚਾਹੁੰਦੇ ਵੈਸੇ ਹੀ ਤੁਸੀਂ ਅਤੇ ਅਸੀਂ ਗਲਾਡਾ ਖਰੀਦਣੀ ਨਹੀਂ ਚਾਹੁੰਦਾ ਇਹ ਰੌਲੇ ਵਾਲੀ ਜ਼ਮੀਨ ਆ ਸਾਡੀ ਗਾਂ ਕੋਈ ਖਰੀਦਦਾ ਨਹੀਂ ਇਹ। ਅਸੀਂ ਆਖਿਆ ਜੀ ਚਲੋ ਤੁਸੀਂ ਕਹਿੰਦੇ ਪੰਚਾਇਤ ਨੂੰ ਉੱਥੇ ਭੇਜ ਦਿਓ ਗਲਾਡਾ ਦਫ਼ਤਰ। ਅਸੀਂ ਬਣਾਈ ਗੱਲਬਾਤ ਅਸੀਂ ਆਖਿਆ ਵੀ ਅਸੀਂ ਗਲਾਡਾ ਦਫ਼ਤਰ ਮੈਂ ਤੇ ਨਾ ਮੈਂਬਰ ਹਾਂ ਨਾ ਮੈਂ ਸਰਪੰਚ ਹਾਂ
ਠੀਕ ਆ, ਅਸੀਂ ਮੈਂ ਕਾਨੂੰਨੀ ਤੌਰ ਤੇ ਅਸੀਂ ਲੜਾਈ ਲੜ ਰਹੇ ਹਾਂ। ਤੁਹਾਡੀ ਜਿਹੜੀ ਰਜਿਸਟਰੀ ਗਲਤ ਕਰਾਈ ਆ ਬਿਨਾਂ ਕਿਸੇ ਗੱਲਬਾਤ ਤੋਂ, ਤੁਸੀਂ ਤੇ ਮਤਲਬ ਉਹ ਕਾਨੂੰਨ ਦੇ ਛਿੱਕੇ ਟੰਗ ਕੇ ਜੋ ਵੀ ਕੰਮ ਕੀਤੇ ਆ, ਅਸੀਂ ਤੇ ਕੋਰਟ ਵਿੱਚ ਗਏ ਆ। ਤੇ ਤੁਸੀਂ ਪੰਚਾਇਤ ਨੂੰ ਆਪ ਬੁਲਾ ਲਓ, ਤੁਸੀਂ ਪੰਚਾਇਤ ਕੋ ਆਪ ਚਲੇ ਜਾਓ ਵੀ ਸਾਡੇ ਪੈਸੇ ਵਾਪਸ ਕਰ ਦਿਓ। ਵੀ ਮੈਂ ਕਿਵੇਂ ਸੁਨੇਹਾ ਫਿਰ ਚਲੋ ਮੈਂ ਦਿੱਤਾ ਵੀ ਸੁਨੇਹਾ ਪੰਚਾਇਤ ਨੂੰ, ਤੇ ਇਹਨਾਂ ਨੇ ਪੰਚਾਇਤ ਵਾਲਿਆਂ ਨੂੰ ਕੋਈ ਇਹਨਾਂ ਨੇ ਨਾ ਕੋਈ ਆਈ ਦੀ ਗਈ ਦੀ ਨਹੀਂ ਕੋਈ ਦਿੱਤੀ ਵੀ ਸਾਡੇ ਪੈਸੇ ਮੋੜ ਦਿਓ। ਸਾਨੂੰ ਕਹਿੰਦੇ ਆ ਵੀ ਅਸੀਂ ਪੈਸੇ ਮੋੜਨ ਲਈ ਤਿਆਰ ਹਾਂ, ਤੇ ਹੁਣ ਪੰਚਾਇਤ ਕਹਿੰਦੀ ਵੀ ਅਸੀਂ ਪੈਸੇ ਮੋੜਨ ਲਈ ਤਿਆਰ ਹਾਂ। ਤੇ ਉਹ ਕਿਸੇ ਗੱਲ ਤੋਂ ਵੀ ਅਸੀਂ ਮੰਤਰੀ ਸਾਹਿਬ ਨੇ ਵੀ ਦਿੱਤੀ ਸੀ ਇਹ ਆਪਣੀ ਇੱਕ ਐਪਲੀਕੇਸ਼ਨ ਲਿਖ ਕੇ ਵੀ ਆਪਣੇ ਪੰਚਾਇਤ ਮੰਤਰੀ ਨੂੰ ਵੀ ਅਸੀਂ ਜ਼ਮੀਨ ਸਾਡੀ ਪੰਚਾਇਤ ਦੀ ਫਿਰ ਦੁਬਾਰੇ ਪੰਚਾਇਤ ਦੀ ਗਲਾਡਾ ਕੋ ਛਡਾਈ ਜਾਵੇ, ਤੇ ਅਸੀਂ ਪੰਚਾਇਤ ਤੋਂ ਅਸੀਂ ਠੇਕੇ ਤੇ ਲੈ ਕੇ ਅਸੀਂ ਆਪਣਾ ਗੁਜ਼ਾਰਾ ਕਰੀ ਜਾਵਾਂਗੇ। ਜੇ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ 1965 ਤੋਂ ਤੁਸੀਂ ਰਹਿ ਰਹੇ ਹੋ ਤਾਂ ਸਰਕਾਰ ਨੇ ਨੋ ਫਲੱਡ ਏਰੀਆ ਕਹਿੰਦੇ ਇੱਧਰ ਤਾਂ ਹੜ੍ਹੇ ਨਹੀਂ ਆਉਂਦੇ ਹੈਗੇ, ਤੇ ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ? ਨਹੀਂ ਜੀ, ਫਲੱਡ ਤਾਂ ਬਹੁਤ ਆਇਆ ਸਾਡੇ, ਅਸੀਂ ਜੋ ਸਾਡੇ ਇੱਥੇ 78 ਵਿੱਚ ਆਏ ਆ। 78 ਵਿੱਚ ਸਾਡੇ ਆਪ ਹੁਣ ਵੀ ਵੈਸੇ ਕੱਚੇ ਜਿਹੇ ਮਕਾਨ ਆ, ਉਦੋਂ ਜਿਹੜੇ ਇੱਟਾਂ ਦੇ ਮਕਾਨ ਨਹੀਂ ਸੀ, ਸਾਡੇ ਮਿੱਟੀ ਦੇ ਮਕਾਨ ਹੁੰਦੇ ਸੀ। 78 ਵਿੱਚ ਵੀ ਸਾਡੇ ਮਕਾਨ ਢਹਿ ਗਏ, ਪਿੰਡਾਂ ਵਿੱਚ ਇੰਨਾ ਪਾਣੀ ਖੜ ਗਿਆ ਆ ਗਿਆ ਸੀ ਸਾਡੇ 3-3 4-4 ਫੁੱਟ ਮਤਲਬ, ਤੇ ਮਿੱਟੀ ਦੇ ਮਕਾਨ ਸੀ ਡਿੱਗ ਗਏ, ਅਸੀਂ ਦੁਬਾਰੇ ਬਣਾਏ। ਫਿਰ 88 ਵਿੱਚ ਵੀ ਇਸੇ ਤਰ੍ਹਾਂ ਹੋਇਆ, ਤੇ 94 ਵਿੱਚ ਫਿਰ ਆਇਆ ਹੜ੍ਹ, ਤੇ 94 ਤੋਂ ਬਾਅਦ ਆ ਮਾੜੇ ਮੋਟੇ ਮਕਾਨ ਬਣਾਏ ਆ ਜਿਹੜੇ ਮਤਲਬ ਇੱਟਾਂ ਵਾਲੇ ਮਕਾਨ ਬਣਾਏ ਆ ਜਿਹੜੇ। ਤੇ ਜੇ ਅਸੀਂ ਇੱਕ ਮੇਰਾ ਸਵਾਲ ਆ ਜੀ, ਜੇ ਅਗਰ ਇੰਡਸਟਰੀ ਲੱਗਦੀ ਹੈ ਤੁਹਾਨੂੰ ਲੱਗਦਾ ਨਹੀਂ ਸਾਨੂੰ ਫਾਇਦਾ ਵੀ ਹੋ ਸਕਦਾ ਉਸ ਇੰਡਸਟਰੀ ਦਾ, ਸਾਡੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਸਕਦੀਆਂ? ਦੇਖੋ ਜੀ, ਇਹ ਤੇ ਸਾਨੂੰ ਕੋਈ ਫਾਇਦਾ ਨਹੀਂ ਹੋਣਾ ਇਹਦਾ, ਸਾਨੂੰ ਤਾਂ ਜੋ ਹੋਣਾ ਇਹਦੇ ਵਿੱਚ ਘਾਟਾ ਹੀ ਹੋਣਾ ਆ। ਇੱਕ ਤੇ ਸਾਡੇ ਇਹ ਜਿਵੇਂ ਕਹਿੰਦੇ ਆ, ਮੰਨ ਲਓ ਜਿਹੜੇ ਹਿਸਾਬ ਨਾਲ ਤੁਸੀਂ ਸਵਾਲ ਕੀਤਾ ਉਸ ਹਿਸਾਬ ਨਾਲ ਸਾਡੇ ਆਲੇ ਦੁਆਲੇ ਤੇ ਸਾਰੇ ਇੰਡਸਟਰੀ ਹੋ ਜਾਣੀ ਹੈ। 1000 ਏਕੜ ਦੇ ਵਿੱਚ ਇੰਡਸਟਰੀ ਹੋ ਗਈ, ਵਿਚਾਲੇ ਇਹ 11 ਏਕੜਾਂ ਦੇ ਵਿੱਚ ਇਹ ਨਾ ਤਾਂ ਇੱਥੇ ਪਾਣੀ ਪੀਣ ਵਾਲਾ ਰਹਿ ਜਾਣਾ, ਤੇ ਨਾ ਇੱਥੇ ਸਾਡਾ ਕੋਈ ਸਾਹ ਲੈਣ ਦੀ ਕੋਈ ਏਡੀ ਵਧੀਆ ਗੱਲਬਾਤ ਹੋਣੀ, ਵਾਤਾਵਰਨ ਪ੍ਰਦੂਸ਼ਿਤ ਹੋ ਜਾਣਾ। ਫਿਰ ਜੇ ਆਪਾਂ ਮੰਨੀਏ ਵੀ ਇੱਕ ਦੋ ਪਾਸੇ ਸਾਡਾ ਜੰਗਲ ਹੈ, ਚੜ੍ਹਦੇ ਬੰਨੇ ਵੀ ਸਾਡੇ ਜੰਗਲ ਆ ਤੇ ਲਹਿੰਦੇ ਪਾਸੇ ਵੀ ਜੰਗਲ ਆ, ਸਾਡੇ ਹੱਦ ਨਾਲ ਹੱਦ ਲੱਗਦੀ ਆ, ਵਟਣਾ ਵਾਟਾ ਜੰਗਲਾਂ ਦੀ, ਤੇ ਦਰਿਆ ਨਾਲ ਵੀ ਸਾਡੀ ਵਟਣਾ ਵਾਟਾ। ਵੀ ਇਹ ਜ਼ਮੀਨ ਇੱਥੇ ਇੰਡਸਟਰੀ ਕਹਿੰਦੇ ਵੀ ਇੰਡਸਟਰੀਅਲ ਪਾਰਕ ਬਣਾਉਣਾ ਹੈ ਅਸੀਂ, ਟੈਕਸਟਾਈਲ ਪਾਰਕ। ਟੈਕਸਟਾਈਲ ਦਾ ਕੋਈ ਵੀ ਇਹੋ ਜਿਹਾ ਮਤਲਬ ਅਜੇ ਤੱਕ ਆਇਆ ਨਹੀਂ ਗਾ ਕੋਈ ਮਤਲਬ ਇੱਦਾਂ ਦਾ ਵੀ ਜਿਹੜਾ ਕੈਮੀਕਲ ਤੋਂ ਤੇ ਪਾਣੀ ਤੋਂ ਬਿਨਾਂ ਕੱਪੜਾ ਤਿਆਰ ਹੋ ਜਾਵੇ। ਤੇ ਉਹ ਪਾਣੀ ਜਿਹੜਾ ਕੈਮੀਕਲ ਵਾਲਾ ਪਾਣੀ ਪਹਿਲਾਂ ਇੱਥੋਂ ਸਾਫ਼ ਪਾਣੀ ਲੈਣਗੇ, ਫਿਰ ਉਹਨੂੰ ਪ੍ਰਦੂਸ਼ਿਤ ਕਰ ਕੈਮੀਕਲ ਰਲਾ ਕੇ ਫਿਰ ਇਹ ਦਰਿਆ ਦੇ ਵਿੱਚ ਚਾਹੇ ਸਿੱਧਾ ਸਿੱਟ ਦੇਣਾ ਚਾਹੇ ਜ਼ਮੀਨ ਵਿੱਚ ਰਲਾ ਦੇਣਾ, ਤੇ ਪਾਣੀ ਤੇ ਆਖਰ ਨੂੰ ਜ਼ਮੀਨ ਵਿੱਚ ਹੀ ਜਾਣਾ। ਇਹ ਇੱਕ ਫਲੱਡ ਏਰੀਆ ਆ, ਇਹ ਫਲੱਡ ਜ਼ੋਨ ਦਾ ਏਰੀਆ ਆ। ਇਹ ਪਾਣੀ ਆਪਾਂ ਨੂੰ ਫਿਲਟਰ ਕਰਕੇ ਦਰਿਆਵਾਂ ਨੂੰ ਪਾਣੀ ਦਿੰਦਾ, ਦਰਿਆ ਅੱਗੇ ਸਾਨੂੰ ਅੱਗੇ ਦੇ ਰਿਹਾ, ਅੱਗੇ ਜਿਵੇਂ ਮਾਲਵੇ ਤੱਕ ਆਪਣੇ ਰਾਜਸਥਾਨ ਤੱਕ ਇਹ ਪਾਣੀ ਦੇ ਰਿਹਾ ਆ ਵੀ ਜਿਵੇਂ। ਤੇ ਇਹ ਦਰਿਆ ਤੇ ਪ੍ਰਦੂਸ਼ਿਤ ਹੋਊਗਾ ਹੀ ਹੋਊਗਾ, ਤੇ ਫਿਰ ਜੇ ਫੈਕਟਰੀ ਲੱਗ ਗਿਆ ਨਾਲੇ ਤੇ ਜੰਗਲਾਤ ਦੇ ਵਿੱਚ ਜੀਵ ਜੰਤੂ ਕਦੋਂ ਰਹਿਣਗੇ, ਤੇ ਫਿਰ ਦਰਖਤ ਭਲਾ ਹਰੇ ਭਰੇ ਰਹਿ ਜਾਣਗੇ। ਸਿੱਧੇ ਤੌਰ ਤੇ ਵਾਤਾਵਰਨ ਜਿਹੜਾ ਆ ਉਹ ਖਤਮ ਹੋਣ ਦੇ ਕਗਾਰ ਤੇ ਆਊਗਾ, ਖਤਮ ਹੋਊਗਾ। ਜਿਹੜੇ ਅਸੀਂ ਵਿੱਚ ਰਹਿੰਦੇ ਹਾਂ, ਜ਼ਮੀਨ ਤੇ ਸਾਡੀ ਖੋਲੀ। ਵੱਡੀ ਗੱਲ ਇਹ ਆ, ਸਾਡੇ ਪਿੰਡ ਦੀ ਇੱਕ ਮਰਲਾ ਵੀ ਜ਼ਮੀਨ ਮਾਲਕੀ ਨਹੀਂ ਕਿਸੇ ਦੀ, ਜਿਹੜੀ ਜਿੰਨੀ ਵੀ ਜ਼ਮੀਨ ਆ ਸਾਡੀ ਇਹ ਪੰਚਾਇਤ ਦੀ ਜ਼ਮੀਨ ਆ। ਫਿਰ ਅਸੀਂ ਕਿੱਥੇ ਜਾਵਾਂਗੇ? ਜੇ ਰੁਜ਼ਗਾਰ ਤੁਹਾਡਾ ਜ਼ਮੀਨ ਨਾਲੇ ਜੁੜਿਆ? ਹਾਂ, ਰੁਜ਼ਗਾਰ ਸਾਡਾ, ਰੋਟੀ ਰੋਜੀ ਸਾਡੀ ਇਹ ਜ਼ਮੀਨ ਹੀ ਆ। ਤਾਂ ਹੀ ਤੇ ਉਦੋਂ ਦੇ ਅਸੀਂ ਇਹ ਕਰਕੇ ਤੁਸੀਂ ਸਾਡੇ ਹਾਲਾਤ ਵੀ ਵੇਖੇ ਹੋਣੇ ਆ ਘਰਾਂ ਦੇ, ਵੀ ਅਸੀਂ 1964-65 ਦੇ ਆ ਕੇ ਵਸੇ ਹਾਂ। ਤੇ ਜੇ ਅਸੀਂ ਮਤਲਬ ਮੰਨ ਲਓ ਦਿਹਾੜੀ ਕਰਕੇ ਵੀ ਨਾ ਅਸੀਂ ਆਪਣੇ ਰਹਿਣ ਵਾਸਤੇ ਵਧੀਆ ਅਸੀਂ ਰਹਿਣ ਬਸੇਰਾ ਬਣਾ ਸਕਦੇ ਸੀ। ਤੇ ਸਾਡੇ ਤੇ ਕੇਸਾਂ ਵਿੱਚ ਹੀ ਸਾਰੀ ਜ਼ਿੰਦਗੀ ਲੰਘ ਗਈ, 2 ਪੀੜ੍ਹੀਆਂ ਸਾਡੀਆਂ ਇੱਥੇ ਕੁਝ ਪੂਰੀਆਂ ਹੋ ਗਈਆਂ 65 ਤੋਂ ਲੱਗ ਕੇ ਹੁਣ ਤੱਕ। ਤੇ ਘਰ-ਬਾਰ ਸਾਡਾ ਤੁਸੀਂ ਤਾਂ ਦੇਖ ਲਓ, ਜਿੰਨਾ ਲੰਬਾ ਸਫ਼ਰ ਸਾਡਾ ਕੋਰਟ ਕਚਹਿਰੀਆਂ ਵਿੱਚ ਲੰਘ ਗਿਆ। ਹੁਣ ਵੀ ਕੋਰਟ ਕਚਹਿਰੀ ਵਿੱਚ ਸਾਡੇ 5 ਕੇਸ ਹੁਣ ਚੱਲ ਰਹੇ ਆ ਕੋਰਟ ਵਿੱਚ ਇਸੇ ਜ਼ਮੀਨ ਤੇ। ਜੀ, ਜੇ ਗੱਲ ਕਰ ਲਈਏ 6 ਮਹੀਨੇ ਪਹਿਲਾਂ ਕੁਲਤਾਰ ਸਿੰਘ ਸੰਧਵਾ, ਭਗਵੰਤ ਮਾਨ ਉਹ ਤੁਹਾਡੇ ਹੱਕ ਦੀ ਗੱਲ ਕਰਦੇ ਆ, ਤੇ ਹੁਣ ਇਸ ਟਾਈਮ ਸਰਕਾਰ ਵਿੱਚ ਜਾ ਕੇ ਉਹਨਾਂ ਨੇ ਆਪਣੇ ਬੋਲ ਵੀ ਬਦਲ ਲਏ ਆ। ਉਹ ਕਹਿੰਦੇ ਵੀ ਇਹਦੇ ਫਾਇਦੇ ਬਹੁਤ ਜ਼ਿਆਦਾ ਹੈਗੇ, ਤੇ ਉਮੀਦ ਹੁਣ ਹੈਗੀ ਸਰਕਾਰ ਕੋਲੋਂ ਕਿ ਹੱਲ ਇਹਦਾ ਹੋ ਸਕਦਾ, ਤੁਹਾਡੇ ਪੱਖ ਦਾ ਫੈਸਲਾ ਹੋ ਸਕਦਾ। ਦੇਖੋ ਜੀ, ਜੇ ਤੇ ਆਪਣੇ ਇਨਸਾਨੀਅਤ ਨੂੰ ਜਿੰਦਾ ਰੱਖਣ ਫਿਰ ਤੇ ਬਦਲ ਸਕਦਾ। ਕਿਉਂ ਜਿਹੜੀ ਪਹਿਲੀ ਕਾਂਗਰਸ ਸਰਕਾਰ ਸੀ ਨਾ, ਉਹਨਾਂ ਦੇ ਵਿੱਚ ਜਿਹੜਾ ਸੀ ਉਹਨਾਂ ਦਾ ਮੁੱਖ ਮੰਤਰੀ ਸਾਹਿਬ, ਉਹ ਤੇ ਵਾਲੇ ਐਮਐਲਏ ਨੂੰ ਵੀ ਨਹੀਂ ਸੀ ਮਿਲਦਾ ਹੁੰਦਾ। ਉਹ ਤੇ ਸਾਡੀ ਆਵਾਜ਼ ਨਹੀਂ ਉਹਨੇ ਸੁਣੀ, ਠੀਕ ਹੈ ਜੀ।
ਤੇ ਉਹ ਤੇ ਆਵਾਜ਼ ਤਾਂ ਨਹੀਂ ਸੁਣੀ ਵੀ ਚਲੋ ਅਸੀਂ ਠੀਕ ਆ ਵੀ ਅਸੀਂ ਉਸ ਪਾਰਟੀ ਨਾਲ ਕੰਸਰਨ ਵੀ ਨਹੀਂ ਸੀ ਰੱਖਦੇ। ਇਹ ਤੇ ਸਾਡੀ ਆਪਣੀ ਪਾਰਟੀ ਆ ਤੇ ਸਾਡੇ ਏਰੀਏ ਦੇ ਐਮਐਲਏ ਸਾਹਿਬ ਵੀ ਸਾਡੇ ਆਪਣੇ ਵੀ ਆਉਂਦੇ ਜਾਂਦੇ, ਸਾਡੇ ਹਲਕੇ ਦੇ ਆ ਇਹ ਵੀ ਸਾਡੀ ਆਵਾਜ਼ ਪਹੁੰਚਾ ਸਕਦੇ ਆ। ਪਰ ਜਿਹੜੇ ਹਿਸਾਬ ਨਾਲ ਉਹ ਉਸ ਦਿਨ ਬਿੱਲ ਪਾਸ ਹੋਇਆ, ਪਰ ਜਿਹੜੀ ਗੱਲ ਕਹਿਣੀ ਚਾਹੀਦੀ ਸੀ, ਜਿਹੜੀ ਅਸੀਂ ਇਹਨਾਂ ਨੂੰ ਕਹਿੰਦੇ ਸੀ ਇਲੈਕਸ਼ਨਾਂ ਵੇਲੇ ਅਸੀਂ ਨਾਲ ਇਹਨਾਂ ਦੇ ਰਹਿੰਦੇ ਰਹੇ ਆ, ਇਹ ਸਭ ਤੋਂ ਵੱਡੀ ਗੱਲ ਇਹੀ ਸੀ ਵੀ ਸਭ ਤੋਂ ਪਹਿਲਾਂ ਤੁਹਾਡਾ ਇਹ ਮਸਲਾ ਹੱਲ ਕਰਾਂਗੇ ਅਸੀਂ। ਤੇ ਪਰ ਉਹ ਥੋੜੀ ਜੀ ਛੋਟੀ ਜੀ ਗੱਲ ਕੀਤੀ ਜੀ, ਨੇੜੇ ਦੇ ਲੋਕ ਮਤਲਬ ਨਾ ਜਿਹੜੇ ਕੰਢੇ ਤੇ ਰਹਿੰਦੇ ਆ, ਦਰਿਆ ਦੇ ਨੇੜੇ ਰਹਿੰਦੇ ਆ, ਉਹ ਇਤਰਾਜ਼ ਕਰਦੇ ਆ। ਤੇ ਮਾਨ ਸਾਹਿਬ ਨੇ ਛੋਟਾ ਜਿਹਾ ਜਵਾਬ ਦੇ ਦਿੱਤਾ, ਜੀ ਅਸੀਂ ਪ੍ਰਦੂਸ਼ ਪਾਣੀ ਅਸੀਂ ਸਤਲੁਜ ਵਿੱਚ ਨਹੀਂ ਪਾਵਾਂਗੇ। ਇਹ ਕਿੱਦਾਂ ਹੋ ਸਕਦਾ ਵੀ 1000 ਏਕੜ ਵਿੱਚ ਇੰਡਸਟਰੀ ਹੋਵੇ ਤੇ ਦਰਿਆ 'ਚ ਪਾਣੀ ਉਹ ਨਾ ਜਾਵੇ? ਉਹ ਕਿਸੇ ਵੀ ਢੰਗ ਨਾਲ ਜਾ ਸਕਦਾ ਆ। ਵੀ ਇਹ ਕਿਤੇ ਹੋਰ ਕਿਤੇ ਅਸੀਂ ਬਾਹਰਲੀ ਕੰਟਰੀ ਵਿੱਚ ਤੇ ਇਹ ਪਾਣੀ ਭੇਜ ਹੀ ਨਹੀਂ ਦੇਣਾ ਵੀ ਆਪਾਂ ਇੱਥੋਂ ਭਰਾਂਗੇ ਟੈਂਕਰ ਤੇ ਉੱਥੋਂ ਰੇਲ ਗੱਡੀ ਤੇ ਲੱਦਾਂਗੇ, ਚਲੋ ਜੀ ਪਾਕਿਸਤਾਨ ਛੱਡ ਆਏ ਅਸੀਂ ਇਹ ਪ੍ਰਦੂਸ਼ ਪਾਣੀ। ਹਾਂਜੀ, ਆਖਰੀ ਸਵਾਲ ਆ ਜੀ, ਜੇ ਸਰਕਾਰ ਮੰਨ ਲਓ ਨਹੀਂ ਮੰਨਦੀ ਹੈ, ਸਰਕਾਰ ਕਹਿੰਦੀ ਵੀ ਆਪਾਂ ਟੈਕਸਟਾਈਲ ਇੰਡਸਟਰੀ ਲਾਣੀ ਆ, ਉਹ ਆਪਣੇ ਹੱਟ ਤੇ ਰਹਿੰਦੀ ਆ, ਤੇ ਕੀ ਅਗਲਾ ਤੁਹਾਡੇ ਪਿੰਡ ਵਾਸੀਆਂ ਦਾ ਅਗਲਾ ਸੰਘਰਸ਼ ਦਾ ਕੀ ਸੰਘਰਸ਼ ਲਿਖੋਗੇ ਜੀ? ਇੱਕ ਤੇ ਸੰਘਰਸ਼ ਸਾਡਾ ਇਹੀ ਆ ਜੀ, ਸਾਡੇ ਕੋਰਟ ਵਿੱਚ ਕੇਸ ਚੱਲਦੇ ਆ, ਠੀਕ ਹੈ ਜੀ। ਦੂਜਾ ਕਿਸਾਨ ਜਥੇਬੰਦੀਆਂ, ਬਾਕੀ ਇਹ ਜਿਉਂਦੀ ਜ਼ਮੀਰ ਵਾਲੇ ਵੀ ਬੰਦੇ ਬਹੁਤ ਆ, ਵੀ ਸਾਨੂੰ ਉਮੀਦ ਆ ਵੀ ਸਾਡੇ ਕਿਸਾਨ ਜਥੇਬੰਦੀਆਂ ਸਾਡੇ ਨਾਲ ਆ ਕੇ ਖੜਨਗੀਆਂ ਤੇ ਸਾਨੂੰ ਇਸੇ ਮਤਲਬ ਜਿਹੜੀ ਸਮੱਸਿਆ ਸਾਡੇ ਨਾਲ ਹੱਲ ਕਰਨਗੇ। ਜਿਵੇਂ ਇਹ ਕਿਸਾਨ ਤੇ ਕਿਸੇ ਨੂੰ ਕੁਝ ਵੀ ਜਥੇਬੰਦੀਆਂ ਨੇ ਜੇ ਮੋਦੀ ਜਾਂ ਦਿੱਲੀ ਸਰਕਾਰ ਜੇ ਦਿਵਾਲੀ ਆ, ਉਹਨਾਂ ਕੋਲੋਂ ਆਪਣੇ ਕਾਨੂੰਨ ਵਾਪਸ ਕਰਾ ਜੇ, ਉਹ ਵੀ ਜੇ ਇਸ ਜ਼ਮੀਨ ਨਾਲ ਸੰਬੰਧਿਤ ਸੀ, ਤੇ ਜੇ ਸਾਡੀ ਵੀ ਜ਼ਮੀਨ ਬਚਾ ਲੈਣ ਤੇ ਸਾਡੇ ਜੰਗਲ ਬਚਾ ਲੈਣ ਤੇ ਸਾਡਾ ਦਰਿਆ ਬਚਾ ਲੈਣ, ਤੇ ਅਸੀਂ ਤੇ ਇਹ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ। ਬਾਕੀ ਵਾਤਾਵਰਨ ਪ੍ਰੇਮੀ ਇਹ ਵੀ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬਲਕਿ ਸਾਡੇ ਅੱਗੇ ਲੱਗ ਕੇ ਚੱਲਣ। ਤੇ ਅਸੀਂ ਤੇ ਜਿਸ ਹਾਲਾਤਾਂ ਦੇ ਪਹਿਲੋਂ ਹੀ ਮਾਰੇ ਹਾਂ ਵੀ ਅਸੀਂ ਅੱਗੇ ਲੱਗ ਕੇ ਤਾਂ ਚੱਲ ਨਹੀਂ ਸਕਦੇ, ਪਰ ਅਸੀਂ ਤਾਂ ਕਹਿੰਦੇ ਇਹਨਾਂ ਨੂੰ ਅੱਗੇ ਲੱਗ ਕੇ ਸਾਡੇ ਤੁਰਨਾ ਚਾਹੀਦਾ, ਪਰ ਜਿੱਥੇ ਸਾਡੀ ਲੋੜ ਹੋਈ ਤੇ ਅਸੀਂ ਉੱਥੇ ਖੜਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਾਡੇ ਨਾਲ ਪਿੰਡ ਦੇ ਮੋਹਤਵਾਰ ਜੁੜੇ ਹੋਏ ਸੀਗੇ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਆ ਮੱਤੇਵਾੜੇ ਜੰਗਲਾਂ ਦੇ ਸੰਦਰਭ ਦੇ ਵਿੱਚ, ਜਿਸ ਤਰ੍ਹਾਂ ਲਗਾਤਾਰ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਹੈਗੇ ਆ। ਸਰਕਾਰ ਸਾਡੀ ਇੱਕ ਬੇਨਤੀ ਹੋਰ ਵੀ ਆ ਵੀ ਜਿਵੇਂ ਹਰਪਾਲ ਸਿੰਘ ਚੀਮਾ ਜੀ ਸਾਡੇ ਇੱਥੇ ਦੁੱਖ ਦਰਜ ਆ ਕੇ ਸੁਣ ਕੇ ਗਏ ਸੀ, ਤੇ ਬੀਬੀ ਮਾਣੂਕੇ ਜੀ, ਕਲਤਾਰ ਸਿੰਘ ਸੰਧਵਾਂ, ਤੇ ਚਲੋ ਇਸ ਟਾਈਮ ਪ੍ਰਗਟ ਸਿੰਘ ਵੀ ਵਿਧਾਨ ਸਭਾ ਦਾ ਹਿੱਸਾ ਤੇ ਹੈ ਤੇ ਭਾਵੇਂ ਐਪੋਜੀਸ਼ਨ ਵਿੱਚ ਆ, ਤੇ ਪ੍ਰਗਟ ਸਿੰਘ ਵੀ ਆ ਕੇ ਗਏ ਸੀ। ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਵੀ ਸਾਡੇ ਪੱਖੀ ਜ਼ਰੂਰ ਵਿਧਾਨ ਸਭਾ ਦੇ ਵਿੱਚ ਗੱਲ ਕਰਨ, ਮਾਨ ਸਾਹਿਬ ਨਾਲ ਗੱਲ ਕਰਨ ਵੀ ਇਹ ਫੈਸਲਾ ਕਿਸੇ ਨਾ ਕਿਸੇ ਢੰਗ ਨਾਲ ਚੇਂਜ ਕਰੋ ਤੇ ਇਹ ਗਰੀਬ ਕਿਸਾਨਾਂ ਨੂੰ ਤੇ ਵਾਤਾਵਰਨ ਨੂੰ ਬਚਾਇਆ ਜਾਵੇ। ਇਹ ਪਿੰਡ ਦੇ ਮੋਹਤਵਾਰ ਸਾਡੇ ਨਾਲ ਜੁੜੇ ਹੋਏ ਸੀ, ਜਿਨ੍ਹਾਂ ਨਾਲ ਆਪਾਂ ਮੱਤੇਵਾੜਾ ਦੇ ਜੋ ਜੰਗਲਾਂ ਦਾ ਜੋ ਮੁੱਦਾ ਭਖਿਆ ਉਹਦੇ ਨਾਲ ਸੰਬੰਧਿਤ ਗੱਲਬਾਤ ਕੀਤੀ। ਤਾਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਨੇ, ਖੇਤੀ ਜੋ ਵੀ ਜ਼ਮੀਨ ਹੈਗੀ ਉਹਦੇ ਨਾਲ ਇਹਨਾਂ ਦਾ ਜਿਹੜਾ ਰੁਜ਼ਗਾਰ, ਰੋਜੀ ਰੋਟੀ ਜਿਹੜੀ ਜੁੜੀ ਹੋਈ ਹੈ। ਇੱਕ ਪਾਸੇ ਸਰਕਾਰ ਫਾਇਦੇ ਗਿਣਾ ਰਹੀ, ਪਰ ਦੂਸਰੇ ਪਾਸੇ ਪਿੰਡ ਵਾਸੀਆਂ ਵੱਲੋਂ ਜਿਹੜਾ ਆ ਜੋ ਵੀ ਸਰਕਾਰ ਵੱਲੋਂ ਫਾਇਦੇ ਗਿਣਾਏ ਜਾ ਰਹੇ ਆ ਜਾਂ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ, ਉਹਨਾਂ ਨੂੰ ਜਿਹੜਾ ਆ ਪੂਰੇ ਤਰੀਕੇ ਨਾਲ ਨਕਾਰਿਆ ਜਾ ਰਿਹਾ ਆ। ਸੋ ਦੇਖਦੇ ਆਉਣ ਵਾਲੇ ਸਮੇਂ ਵਿੱਚ ਜਿਸ ਸਰਕਾਰ ਨੂੰ ਇਹਨਾਂ ਨੇ ਸਪੋਰਟ ਕੀਤੀ ਹੈ, ਜਿਸ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਜਿਤਾਇਆ, ਤਾਂ ਇਹ ਵੀ ਬਾਈ ਜੇ ਗੱਲ ਕਰ ਲਈਏ ਭਾਜੀ ਉਹਨਾਂ ਦੀ, ਤਾਂ ਇਹਨਾਂ ਨੇ ਵੀ ਜਿਹੜਾ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਹੈਗੀ। ਤਾਂ ਆਉਣ ਵਾਲੇ ਸਮੇਂ ਵਿੱਚ ਅਗਰ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਜਿਹੜਾ ਅਗਰ ਵਾਤਾਵਰਨ ਨੂੰ ਬਚਾਉਂਦੀ ਹੈ ਜਾਂ ਨਹੀਂ ਬਚਾਉਂਦੀ, ਜਾਂ ਫਿਰ ਇੰਡਸਟਰੀ ਲਗਾ ਕੇ ਇੱਥੇ ਦੇ ਲੋਕਾਂ ਦਾ ਉਜਾੜਾ ਕਰਦੀ ਹੈ। ਕੈਮਰਾਮੈਨ ਦਵਿੰਦਰ ਦੇ ਨਾਲ ਅਮਨਦੀਪ ਸਿੰਘ ਗੜੀ, ਸਮਰੱਥ ਆਵਾਜ਼।